ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तोपै स्वामी, मानस की गत एही। तो सुल्तान कहाँ हो मियाँ, तेरी कवन वडाई। जो तू देह सो कहाँ स्वामी, मैं मूरख कहन ना जाई। परम सन्मानयोग चवर छत्र तखत दे मालक, जुग हो जुग अटल धन धन साहिब श्री गुरु ग्रंथ साहिब पातशाह जी सतगुरां दी पावन पवित्र निगी गोद अंदर सुभाईमान गुरु स्वरूप गुरु प्यारी साध संगत जियो। सतगुरां ने अपार किरपा कीती है। इन्हां पावन दीवानां दे अंदर संसार दे समुचे दिन दे कारजां नूं समेट के अपने मनुखा जीवन दे अंदर इस समय नूं अमोलक बनांदियां होइयां सतगुर की पावन गोद विच आप संगत रूप विच जुड़ के अमृतमई बाणी दा आनंद कीर्तन दे रूप विच मान रहे सो। आओ जो समा दातार पिता जी ने बख्शिश कीता है, सहबां दी पावन बाणी सोहिला साहब जी दी अमृत बाणी दी विचार जो इन्हां पावन दीवाना विच आप जी पिछले दिनां तो सरवण कर रहे हो। इस पावन अमृत बाणी दे अंदरों धन धन गुरु नानक देव पातशाह जी सतगुरां दी मुबारक रचना तो उचारण कीता अमृत बचन धनासरी राग दे अंदर सतगुरां दा पावन शब्द गगन मैथाल रव चंद दीपक बने, तारिका मंडल जनक मोती। धूप मल आन लो पवन चवरो करे, सगल बनराए फुलंत ज्योति। इन्हां अमृत बचनां दी विचार साध संगत अज आपां रल मिल के सांझी करनी है। सो करो किरपा आप जितने तन सतगुरां दी गोद विच जुड़ बैठे हो, सतगुर की अमृत बाणी दी विचार आरंभ करन तो पहला आप जी अपनियां मनोबिरतियां नूं एकाग्र करो। गुरु बख्शी होई फतेह प्रवान करो। देहो दासरे नूं असीस। वाहिगुरु जी का खालसा वाहिगुरु जी की फतेह। धन धन साहिब श्री गुरु नानक देव पातशाह जी सतगुरां दी मुबारक रचना तो उचारण कीता ये पावन शब्द है। सतगुरु धन गुरु ग्रंथ साहिब पातशाह जी दी पावन हजूरी अंदर जिस वक्त शाम नूं श्री रहरास साहिब जी दे पाठ की संपूर्णता हुंदी है, उस तो उपरंत धन गुरु ग्रंथ साहिब पातशाह जी दी पावन हजूरी अंदर उस मालक दी आरती कीर्तन दे रूप विच गायन कीती जाती है। असल विच ये जिहड़ा शब्द है, ये शब्द इतिहासक तौर ते धन धन साहिब श्री गुरु नानक देव पातशाह जी सतगुरां दे प्रचार दौरे दे नाल संबंधित शब्द है। जिस वेले धन गुरु नानक पातशाह जी
ਇਸ ਜਗਤ ਜਲੰਦੇ ਨੂੰ ਠਾਰਨ ਦੇ ਲਈ ਚੜਿਆ ਸੋਧਨ ਧਰਤ ਲੁਕਾਈ। ਇਸ ਧਰਤੀ ਨੂੰ, ਇਸ ਜਗਤ ਨੂੰ, ਇਸ ਲੋਕਾਈ ਨੂੰ ਸਿੱਧੇ ਰਸਤੇ ਦਾ ਰਸਤਾ ਦ੍ਰਿੜ ਕਰਾਉਣ ਦੇ ਲਈ, ਜਿਸ ਮਾਰਗ ਤੋਂ ਸਮੁੱਚੀ ਲੋਕਾਈ ਭਟਕ ਚੁੱਕੀ ਸੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਸ ਅਗੰਮੀ ਮਾਰਗ ਨੂੰ ਸੰਸਾਰ ਦੇ ਸਾਹਮਣੇ ਦੱਸਣ ਲਈ, ਬਿਆਨ ਕਰਨ ਲਈ ਜਿਸ ਵੇਲੇ ਇਸ ਜਗਤ ਦੇ ਯਾਤਰਾ ਆਰੰਭ ਕਰਦੇ ਨੇ, ਜਿੰਦਾ ਜ਼ਿਕਰ ਸਾਨੂੰ ਸਤਿਗੁਰ ਕੀ ਪਾਵਨ ਅੰਮ੍ਰਿਤ ਬਾਣੀ ਦੇ ਅੰਦਰੋਂ, ਖਾਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਮੁਬਾਰਕ ਅੰਮ੍ਰਿਤ ਵਾਰਾਂ ਦੇ ਅੰਦਰੋਂ, ਜਿਨ੍ਹਾਂ ਅੰਦਰ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਵੇਂ ਕਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿੰਨਾ ਕਿੰਨਾ ਅਸਥਾਨਾਂ ਤੇ ਗਏ। ਉਸ ਯਾਤਰਾ ਦੀ ਆਰੰਭਤਾ ਦਾ ਜ਼ਿਕਰ ਵੀ ਕੀਤਾ, ਜਿੱਥੇ ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਤ ਇਹ ਬਚਨ ਆਖੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹ ਇਸ ਜਗਤ ਨੂੰ, ਇਸ ਸੰਸਾਰ ਨੂੰ, ਇਸ ਜਗਤ ਜਲੰਦੇ ਨੂੰ ਸੱਚੇ ਗੁਰੂ ਦੇ ਨਾਲ ਜੋੜਨ ਦੇ ਲਈ, ਗੁਰੂ ਦੀ ਇੰਪੋਰਟੈਂਸ, ਗੁਰੂ ਦੀ ਮਹਾਨਤਾ ਬਿਆਨ ਕਰਨ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਜਗਤ ਵਿੱਚ ਇਹ ਪ੍ਰਚਾਰ ਦੌਰੇ ਕੀਤੇ। ਉਹਨਾਂ ਪ੍ਰਚਾਰ ਦੌਰਿਆਂ ਦੇ ਦੌਰਾਨ ਸਤਿਗੁਰ ਜੀ ਜਿਨ੍ਹਾਂ ਅਸਥਾਨਾਂ ਤੇ ਗਏ, ਉੱਥੇ ਸਿਰਫ ਉਸ ਕਰਤੇ ਦੀ ਸਿਫਤ ਤੇ ਕਰਤੇ ਦੀ ਵਡਿਆਈ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਜਿਸ ਵੇਲੇ ਸਤਿਗੁਰ ਜੀ ਉੜੀਸਾ ਦੀ ਧਰਤੀ ਤੇ ਪਹੁੰਚੇ, ਇੱਥੇ ਧਰਮ ਦੇ ਪੁਜਾਰੀਆਂ ਨੇ ਜਗਨਨਾਥ ਦਾ ਇੱਕ ਮੰਦਿਰ ਬਣਾਇਆ। ਜਗਨਨਾਥ ਦਾ ਮਤਲਬ ਹੁੰਦਾ ਹੈ ਜਿਹੜਾ ਜਗਤ ਦਾ ਨਾਥ ਹੈ। ਉਸ ਜਗਤ ਦੇ ਨਾਥ ਦੀ ਮੂਰਤੀ ਬਣਾ ਕੇ ਸਥਾਪਿਤ ਕੀਤੀ ਤੇ ਉਸ ਮੂਰਤੀ ਦੇ ਸਾਹਮਣੇ ਰੋਜ਼ ਉਹ ਆਰਤੀ ਕਰਦੇ ਹੁੰਦੇ ਸਨ। ਤੇ ਆਰਤੀ ਕਰਨ ਦੀ ਇੱਕ ਵਿਧੀ ਹੈ ਕਿ ਕਿਸੇ ਥਾਲ ਦੇ ਅੰਦਰ, ਜੋ ਇੱਕ ਥਾਲ, ਉਹਦੇ ਅੰਦਰ ਕੁਝ ਮੋਤੀ, ਕੁਝ ਮਾਇਆ ਜਿਹੜੀ ਸੰਗਤਾਂ ਵੱਲੋਂ ਅਰਪਣ ਕੀਤੀ ਜਾਂਦੀ, ਉਹਦੇ ਅੰਦਰ ਦੀਵਾ ਜਗਾ ਲੈਣਾ, ਉਹਦੇ ਅੰਦਰ ਧੂਪ ਬਾਲ ਲੈਣੀ। ਇਹ ਸਭ ਕੁਝ ਉਸ ਆਰਤੀ ਦਾ ਇੱਕ ਬਾਹਰਮੁਖੀ ਵਰਤਾਰਾ ਸੀ ਵੀ ਕਿਵੇਂ ਉਸ ਜਗਨਨਾਥ ਦੀ ਆਰਤੀ ਕੀਤੀ ਜਾਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਇਸ ਅਸਥਾਨ ਤੇ ਪਹੁੰਚੇ, ਇਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਗਨਨਾਥ ਦੀ ਆਰਤੀ ਦੇ ਅੰਦਰ ਸ਼ਾਮਲ ਹੋਣ ਦੇ ਲਈ ਕਿਹਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਦੇ ਕਹੇ ਮੁਤਾਬਕ ਜਗਨਨਾਥ ਦੀ ਆਰਤੀ ਦੇ ਵਿੱਚ ਸ਼ਾਮਲ ਹੋਏ। ਪਰ ਜਿਵੇਂ ਇਹ ਆਰਤੀ ਕਰਦੇ ਸਨ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਦੀ ਆਰਤੀ ਵੱਲ ਤਵੱਜੋ ਨਹੀਂ ਦਿੱਤੀ। ਧਿਆਨ ਦੇਣਾ, ਇਹ ਗੱਲ ਸਾਹਿਬਾਂ ਦੇ ਜੀਵਨ ਅੰਦਰੋਂ ਸਾਨੂੰ ਪ੍ਰਤੱਖ ਮਿਲਦੀ ਏ। ਜਿਸ ਦਿਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹਿਲਾ ਉਪਦੇਸ਼ ਦਿੱਤਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ, ਉਸ ਦਿਨ ਬਾਬੇ ਨਾਨਕ ਨੂੰ ਕਾਜ਼ੀਆਂ ਤੇ ਮੁਲਾਣਿਆਂ ਨੇ ਗੱਲ ਆਖੀ ਸੀ ਵੀ ਜੇ ਤੁਸੀਂ ਕਹਿੰਦੇ ਹੋ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ, ਸਾਰੇ ਪਰਮਾਤਮਾ ਦੇ ਬੰਦੇ ਨੇ, ਚਲੋ ਫਿਰ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਨਾਲ ਮਸਜਿਦ ਅੰਦਰ ਗਏ ਨੇ। ਮੈਂ ਕਹਿੰਦਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਸਿੱਖੀ ਦੇ ਵਿਚਾਰਧਾਰਾ ਨੂੰ ਸਮਝਣ ਵਾਲਿਓ ਗੁਰਸਿੱਖੋ, ਸਾਡੀ ਮਾਨਸਿਕ ਸਕਰੀਨਤਾ ਅੱਜ ਇੰਨੀ ਕੁ ਹੋਛੀ ਤੇ ਛੋਟੀ ਹੋ ਗਈ। ਅੱਜ ਕਿਸੇ ਨੇ ਦਸਤਾਰ ਸਜਾਈ ਹੋਵੇ, ਕਿਸੇ ਨੇ ਕਿਰਪਾਨ ਗਾਤਰਾ ਪਾਇਆ ਹੋਵੇ, ਉਹ ਭਾਵੇਂ ਕਿਸੇ ਕਾਰਨ ਵਸ਼ ਕਿਸੇ ਮੰਦਰ ਦੇ ਅੰਦਰ ਗਿਆ ਹੋਵੇ, ਲੋਕ ਸੱਚ ਵਿੱਚ ਇੱਕ ਖਿਣ ਨਹੀਂ ਲਾਉਂਦੇ, ਉਹਦੀ ਫੋਟੋ ਖਿੱਚ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਕਹਿੰਦੇ ਨੇ ਵੇਖੋ ਜੀ ਉੱਪਰੋਂ ਦੀ ਕਿਰਪਾਨ ਪਾਈ, ਅੰਮ੍ਰਿਤ ਛਕਿਆ, ਪਰ ਮੰਦਰਾਂ ਦੇ ਅੰਦਰ ਧੱਕੇ ਖਾਂਦਾ ਪਿਆ। ਸੱਚ ਹੈ ਵੀ ਅਸੀਂ ਅਗਲੇ ਬੰਦੇ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਇਹ ਸਾਡੀ ਸੋਚ ਇੰਨੀ ਕੁ ਨੀਵੀਂ ਹੋ ਗਈ ਕਿ ਮੰਦਰ ਤੇ ਮਸਜਿਦ ਦੇ ਅੱਗੋਂ ਲੰਘਣ ਵਾਲਾ ਇਨਸਾਨ ਵੀ ਸਾਨੂੰ ਭੈੜਾ ਲੱਗਣ ਲੱਗ ਪਿਆ, ਜਦ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ
ਸਭ ਜਗਤ ਦੇ ਜਲੰਦੇ ਨੂੰ ਠਾਰਨ ਲਈ, ਲੋਕਾਂ ਨੂੰ ਸੱਚ ਦਾ ਹੋਕਾ ਦੇਣ ਦੇ ਲਈ ਬਾਬੇ ਨਾਨਕ ਨੇ ਮੰਦਰ ਦੇ ਅੰਦਰ ਵੀ ਕਦਮ ਰੱਖਿਆ ਤੇ ਮਸਜਿਦ ਦੇ ਅੰਦਰ ਵੀ ਕਦਮ ਰੱਖਿਆ। ਸਤਿਗੁਰ ਮੱਕੇ ਦੀ ਧਰਤੀ ਤੇ ਵੀ, ਖੈਰ ਇਹ ਆਪਣਾ ਵਿਸ਼ਾ ਨਹੀਂ, ਆਪਾਂ ਸਿਰਫ ਇਸ ਸ਼ਬਦ ਦੀ ਵਿਚਾਰ ਵੱਲ ਤਵੱਜੋ ਦੇਣੀ ਹੈ। ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਜਗਨਨਾਥਪੁਰੀ ਦੇ ਅੰਦਰ ਖੜੇ ਹੋਏ, ਇਹਨਾਂ ਆਰਤੀ ਕੀਤੀ। ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਤੁਹਾਡੀ ਇਹ ਆਰਤੀ ਉਹ ਜਿਹੜਾ ਜਗਤ ਦਾ ਨਾਥ, ਜਿਹਨੂੰ ਤੁਸੀਂ ਕਹਿੰਦੇ ਹੋ ਵੀ ਜਗਤ ਨੂੰ ਸੰਭਾਲਣ ਵਾਲਾ, ਜਗਤ ਨੂੰ ਸੰਸਾਰ ਨੂੰ ਰਿਜ਼ਕ ਦੇਣ ਵਾਲਾ, ਜਗਤ ਦਾ ਨਾਥ, ਜਿੰਦੇ ਹੁਕਮ ਵਿੱਚ ਸਾਰਾ ਜਗਤ ਹੈ, ਤੁਹਾਡੀ ਇਹ ਆਰਤੀ ਉਹਦੇ ਦਰ ਤੇ ਪ੍ਰਵਾਨ ਕਿਵੇਂ ਹੋਏਗੀ? ਸਾਰੇ ਬੜੀ ਉਤਸੁਕਤਾ ਨਾਲ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਆ ਗਏ। ਉਹਨਾਂ ਨੇ ਆਖਿਆ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਸਾਡੀ ਆਰਤੀ ਪ੍ਰਵਾਨ ਨਹੀਂ ਹੋ ਸਕਦੀ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹਨੂੰ ਤੁਸੀਂ ਜਗਤ ਦਾ ਨਾਥ ਕਹਿੰਦੇ ਹੋ, ਉਹ ਸਾਰੇ ਜਗਤ ਦੇ ਬ੍ਰਹਿਮੰਡ ਨੂੰ ਸੰਭਾਲਣ ਵਾਲਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਦੇ, ਸਭ ਜੀਆਂ ਨੂੰ ਦਾਤਾਂ ਦੇਣ ਵਾਲਾ, ਇੰਨਾ ਵੱਡਾ ਬ੍ਰਹਿਮੰਡ ਦਾ ਮਾਲਕ, ਤੇ ਤੁਸੀਂ ਇੱਕ ਛੋਟੇ ਜਿਹੇ ਥਾਲ ਵਿੱਚ ਇੱਕ ਦੀਵਾ ਜਗਾਇਆ ਹੈ। ਇਹ ਥਾਲ, ਇਹਦਾ ਆਕਾਰ ਕਿੰਨਾ ਕੁ ਹੈ? ਇਹਦਾ ਮਤਲਬ ਹੈ ਜਿੰਦੀ ਤੁਸੀਂ ਆਰਤੀ ਕਰ ਰਹੇ ਹੋ, ਉਹਨੂੰ ਤੁਸੀਂ ਸਾਬਤ ਕਰ ਰਹੇ ਹੋ ਵੀ ਉਹ ਬਹੁਤ ਛੋਟਾ ਹੈ। ਤੁਹਾਡੀ ਆਰਤੀ ਦੇ, ਤੁਹਾਡੇ ਥਾਲ ਦੇ ਇਸ ਸਮੁੱਚੇ ਵਰਤਾਰੇ ਦੇ ਅੰਦਰ ਇੱਕੋ ਹੀ ਗੱਲ ਸਮਝ ਆਉਂਦੀ ਵੀ ਜਿੰਦੀ ਤੁਸੀਂ ਆਰਤੀ ਕਰ ਰਹੇ ਹੋ ਬਹੁਤ ਛੋਟਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗਿਆ, ਕੁਝ ਦੀਵੇ, ਇੱਕ ਦੀਵਾ ਜਗਾ ਲੈਣਾ, ਕੁਝ ਮੋਤੀ ਮਾਇਆ ਜੋ ਸੰਗਤਾਂ ਵੱਲੋਂ ਅਰਪਣ ਕੀਤੀ ਰੱਖ ਲੈਣੀ, ਧੂਪ ਬਾਲ ਲੈਣੀ, ਤੁਸੀਂ ਇਹਨੂੰ ਜਗਤ ਦੇ ਨਾਥ ਦੀ ਆਰਤੀ ਕਹਿੰਦੇ ਹੋ, ਇਹ ਜਗਤ ਦੇ ਨਾਥ ਦੀ ਆਰਤੀ ਨਹੀਂ। ਸਾਹਿਬ ਨੇ ਉੱਥੇ ਫਿਰ ਸਮਝਾਇਆ ਵੀ ਉਸ ਮਾਲਕ ਦੀ ਆਰਤੀ ਕਿਵੇਂ ਹੁੰਦੀ ਹੈ। ਆਓ ਸਭ ਤੋਂ ਪਹਿਲਾਂ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋ ਰਹਾਉ ਦੇ ਬੰਦ ਵਿੱਚ ਬਚਨ ਕਹੇ ਨੇ। ਪਾਤਸ਼ਾਹ ਕਹਿੰਦੇ ਨੇ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਹੇ ਸੰਸਾਰ ਜਗਤ ਨੂੰ ਥੰਮਣ ਵਾਲੇ ਮੇਰੇ ਪਰਿਪੂਰਨ ਪਰਮਾਤਮਾ। ਭਵ ਖੰਡਨ ਦੋ ਸ਼ਬਦਾਂ ਦਾ ਸੁਮੇਲ ਹੈ। ਭਵ ਦਾ ਮਤਲਬ ਹੁੰਦਾ ਹੈ ਭਟਕਣਾ। ਜਿੱਥੇ ਜਨਮ ਮਰਨ ਦੀ ਗੱਲ ਆਉਂਦੀ ਹੈ ਉੱਥੇ ਭਵ ਸਾਗਰ ਜਾਂ ਉੱਥੇ ਭਵ ਸ਼ਬਦ ਵਰਤਿਆ ਜਾਂਦਾ ਹੈ। ਭਵ ਦਾ ਮਤਲਬ ਹੈ ਭਟਕਣਾ, ਪਾਉਣਾ, ਤੇ ਖੰਡਨ ਦਾ ਮਤਲਬ ਹੈ ਟੁਕੜੇ ਕਰਨਾ, ਤੋੜ ਦੇਣਾ। ਇਹ ਜਗਤ ਦੇ ਜਨਮ ਮਰਨ ਨੂੰ ਕੱਟਣ ਵਾਲੇ ਮੇਰੇ ਮਾਲਕ ਅਕਾਲ ਪੁਰਖ, ਤੇਰੀ ਆਰਤੀ ਕਿਹੋ ਜੀ ਤੇ ਕਿਵੇਂ ਹੋ ਸਕਦੀ ਹੈ? ਕੈਸੀ ਆਰਤੀ ਹੋਏ, ਕੈਸੀ ਦਾ ਮਤਲਬ ਹੈ ਕਿਹੋ ਜਿਹੀ, ਭਾਵ ਤੇਰੀ ਆਰਤੀ ਕਿਵੇਂ ਹੋਏਗੀ? ਇਹ ਅਸੀਂ ਨਹੀਂ ਜਾਣਦੇ ਵੀ ਤੂੰ ਤੇਰੀ ਆਰਤੀ ਕਿਵੇਂ ਕਰੀਏ, ਕਿਉਂਕਿ ਜਿੰਨਾ ਵੱਡਾ ਤੂੰ ਆਪ ਹੈ, ਤੇਰੀ ਆਰਤੀ ਕਰਨ ਲਈ ਸਾਨੂੰ ਓਨਾ ਵੱਡਾ ਥਾਲ ਚਾਹੀਦਾ ਹੈ। ਜਿੰਨਾ ਵੱਡਾ ਤੂੰ ਆਪ ਹੈ, ਉਸ ਆਰਤੀ ਨੂੰ ਕਰਨ ਦੇ ਲਈ ਸਾਨੂੰ ਓਨੇ ਵੱਡਾ ਦੀਵਾ ਚਾਹੀਦਾ ਹੈ। ਨਾ ਸਾਡੇ ਕੋਲੋਂ ਓਨਾ ਵੱਡਾ ਥਾਲ ਤੇ ਨਾ ਦੀਵਾ। हे ਮੇਰੇ ਮਾਲਕ ਜੀ, ਤੇਰੀ ਆਰਤੀ ਕਿਵੇਂ ਹੋਏਗੀ? ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, हे ਜਗਤ ਸੰਸਾਰ ਦੇ ਅੰਦਰ ਜਨਮ ਮਰਨ ਨੂੰ ਕੱਟਣ ਵਾਲੇ ਮੇਰੇ ਮਾਲਕ ਜੀ, ਸੱਚ ਅਸੀਂ ਜੀਵ ਨਹੀਂ ਜਾਣਦੇ ਵੀ ਤੇਰੀ ਆਰਤੀ ਕਿਵੇਂ ਹੋ ਸਕਦੀ ਹੈ। ਤੇਰੀ ਆਰਤੀ ਦੀ ਜੁਗਤ ਸਾਨੂੰ ਨਹੀਂ ਪਤਾ। ਜਿੰਨਾ ਵੱਡਾ ਤੂੰ ਆਪ ਹੈ, ਤੇਰੀਆਂ ਦਾਤਾਂ, ਤੇਰਾ ਇਹ ਬੇਸ਼ੁਮਾਰਤਾ, ਤੇਰੇ ਬੇਅੰਤਤਾਈ ਨੂੰ ਤੂੰ ਆਪ ਸਮਝਣਾ ਹੈ। ਸਾਡੇ ਜੀਵਾਂ ਦੇ ਵੱਸ ਤੋਂ ਪਰੇ ਦੀ ਗੱਲ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਧਿਆਨ ਦੇਣਾ, ਅਨਹਤ ਦਾ ਮਤਲਬ ਹੁੰਦਾ ਹੈ ਜੋ ਇੱਕ ਰਸ ਸੰਸਾਰ ਜਗਤ ਦੇ ਅੰਦਰ ਆਵਾਜ਼ ਵਾਜਾ ਵੱਜ ਰਿਹਾ ਹੈ, ਇੱਕ ਰਸ ਜੋ ਕਦੀ ਬੰਦ ਨਾ ਹੋਵੇ। ਕਿਉਂਕਿ ਜਦੋਂ ਆਰਤੀ ਪਾਂਡਿਆਂ ਵੱਲੋਂ, ਪੰਡਤਾਂ ਵੱਲੋਂ ਕੀਤੀ ਜਾਂਦੀ ਸੀ, ਉੱਥੇ ਫਿਰ ਕੁਝ ਸਾਊਂਡ, ਕੁਝ ਧੁਨੀਆਂ ਵੱਜਦੀਆਂ ਸਨ, ਵਾਜੇ ਵੱਜਣੇ ਜਾਂ ਭੇਰੀ। ਇਹ ਭੇਰੀ ਮਤਲਬ ਜਿਵੇਂ ਅਸੀਂ ਆਮ ਵਿਆਹ ਸ਼ਾਦੀਆਂ ਦੇ ਅੰਦਰ ਵੇਖਦੇ ਹਾਂ ਜਿਹੜੇ ਸੰਸਾਰ ਦੇ ਇੰਸਟਰੂਮੈਂਟ ਨੇ, ਇਸੇ ਤਰ੍ਹਾਂ ਇੱਕ ਭੇਰੀ ਹੁੰਦੀ ਹੈ। ਉਹਦੇ ਵਿੱਚੋਂ ਇੱਕ ਸਾਊਂਡ ਨਿਕਲਦਾ ਹੈ ਜਿਹਨੂੰ ਆਰਤੀ ਵਕਤ ਵਜਾਇਆ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਅਨਹਤਾ ਸ਼ਬਦ
हे मेरे सतगुर जी, जेड़ा तेरा शब्द है भावे संसार इस जगत दे अंदर जेड़ा तू जीवां दे अंदर जीवन पैदा कीता है, हर जीव दे अंदरों जेड़ी जीवन दी रोह विचों शब्द प्रगट हो रहे ने, ये मानो बोले जान वाले शब्द, एक रस जो जगत दे अंदर बोले जा रहे ने, एक टक ये बोले जान वाले शब्द मानो सतगुर जी तेरे दर ते वजन वालियां भेरियां ते ओ वाजे ने, जो हर वक्त वज हर जीव दे अंदरों करता बैठा बोलदा पिया। ये गल चेते रखिए, साहब धन गुरु नानक साहब जी ने परमात्मा की बेअंतताई की भी गल कर दी ते रब जी का एक रस व्यापकता संसार अंदर, ये भी गल सतगुर ने शब्द विच कर दी। आपां वेखो दो गल्लां आ गईयां, अनहता शब्द। अनहत का मतलब होंदा जिहड़ा एक रस वजन वाला है, शब्द जीवन की रोह भाव जो इंसान दे अंदरों बोलिया जा रहा है, इनू तुसी दो भावां विच समझ सकते हो। एक ते करते दे हुक्म रूप विचों दा शब्द वज रहा है, दूजा सतगुर कहंदे ने वेखो हर जीव दे अंदर जिहड़ा बोलण वाला जो बोल रहा है, एक रस और कितना वड्डा ब्रह्मंड है। पातशाह कहंदे ने समूचे ब्रह्मंड विच किन्ने जीव ने जिहड़े हर वक्त बोल रहे ने, इन्हां दा बोलना, इन्हां दे अंदरों शब्द दा प्रगट होना, धन गुरु नानक साहब कहंदे ने मानो परमात्मा दे दर ते वजन वालियां भेरियां ते वाजे ने। अनहता शब्द वाजंत भेरी। सतगुर कहंदे ने मेरे मालिक तेरी आरती किवें करिए। पहले बंद विच बाबा नानक जी कहंदे ने गगन में थाल, गगन रूपी थाल। साहब कहंदे ने आ जिहड़ा समूचा ब्रह्मंड है, सतगुर कहंदे ने ये मानो एक प्लेट है। जिवें सतगुरु गुरु ग्रंथ साहिब पातशाह जी के अंदर कई थावां ते होर शब्द भी साहब ने वरते। पातशाह कहंदे ने गगन में थाल, आ जिहड़ा समूचा ब्रह्मंड गगन है। पातशाह कहंदे ने गगन एक थाल दी न्याई है। रब चंद दीपक बने, रब दा मतलब है सूरज, चंद दा मीनिंग है चंद्रमा, दीपक बने दा भावे दीवे बने ने, भाव इस थाल दे अंदर मानो ये दो दीवे ने जिहड़े हर वक्त जग रहे ने, सूरज रूपी ते चंद्रमा रूपी दीवे। एक दीवा छुपदा है, बंद नहीं हुंदे कदी। ध्यान देना, जे सूरज छुप गया है, इहदा मतलब ये नहीं भी सूरज किते जाके आराम करन लग पे, सो गया किते जाके, सवेरे फिर दोबारा वो उगेगा, अखा खोलेगा ते रोशनी देगा, नहीं। वो एक रस जिस दिन तो कुदरत बनी, मेरे मालिक ने उस दिन तो हुक्म किया है, उनके हुक्म विच वो जाग रहा है, निरंतर जाग रहा है। ते जदों तक परमात्मा का हुक्म वरतेगा, उदों तक वो परमात्मा के हुक्म विच निरंतर जगत नूं रोशनी देगा। सतगुर कहंदे ने एक रस जाग रहा, रब चंद दीपक बने, रब सूरज ते चंद चंद्रमा, ये दो दीवे बने ने। सतगुर कहंदे तारका मंडल, अज जिन्ने आसमान विच तारे ने, वेखो आसमान साफ होवे, बंदा कुदरत दी गोद विच आके बैठे, हनेरी रात होवे ते तुसी किते आसमान वल वेखो, ये तारे इंज चमकदे ने, टिमटिमाउंदे ने, जिवें सच विच किसे थाल दे विच मोती पए चमकदे पे होण। बाबा नानक जी कहंदे ने तारका मंडल जनक मोती। सतगुर कहंदे ने ये सारे जगदे होए मोती ने, इन्हां नूं तुसीं मोतियां दी तरह, जनक दा मतलब है जानो, ये मोती जानो जिहड़े इस कुदरत दे अंदर, इस थाल दे अंदर पए ने। पातशाह कहंदे ने रब चंद दीपक बने, तारका मंडल जनक मोती, धूप मल आन लो। मल आन लो ते आखरी अर्थ ने मल्ले पहाड़ वालों आण वाली हवा, जिहड़ी पहाड़ां तो हवा आउंदी है, क्योंकि जड़ी बूटियां ने, कई तरह के सुगंधत रुख ने। सब कहंदे ने वेखो तुसी इस थाल दे अंदर एक धूख बाल लई, वो किन्नी कुछ उहदी सुगंधी ते साडियां नासकां तक नहीं आई। जिहड़े इत्थे खड़े लोग ने, ये सुगंधी ते इन्हां लोकां तक नहीं पहुंची, पर उस करते तक किवें पहुंचेगी। धन गुरु नानक साहब कहंदे ने उस करते ने किरपा कीती है, जिहड़ी मल्ले पर्वत तो उच्चे पहाड़ां तो हवा उन्हां पहाड़ां विचों निकल के आउंदी है, टकरा के आउंदी है। साहब कहंदे ने उन्हां पहाड़ां विचों आण वाली सुगंध नूं कदी मान, जदों हवा चलदी ते उन्हां विचों किन्नी सुगंध आंदी है। ये धूप मल आन लो, ये मल्ले पर्वत दे विचों आण वाली हवा मानो धूप है। सतगुर कहंदे ने पवन चवरो करे,
ਪਵਨ ਹਵਾ ਉਹਨੂੰ ਚੌਰ ਕਰ ਰਹੀ ਏ। ਪਵਨ ਚਵਰੋ ਕਰੇ ਸਗਲ ਬਨਰਾਏ। ਆ ਜਿੰਨੀ ਸਗਲ ਬਨਰਾਏ ਸਗਲ ਬਨਸਪਤੀ ਹੈ ਫੁਲੰਤ ਜੋਤੀ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇਹ ਫੁਲੰਤ ਦਾ ਮਤਲਬ ਹੈ ਫੁੱਲ, ਕਿਉਂਕਿ ਫੁੱਲ ਪੱਤੀਆਂ ਤੋੜ ਕੇ ਮੂਰਤੀ ਦੇ ਉੱਤੇ ਫੁੱਲ ਪੱਤੀਆਂ ਪਾਈਆਂ ਜਾਂਦੀਆਂ ਸਨ। ਸਤਿਗੁਰ ਕਹਿੰਦੇ ਨੇ ਨਹੀਂ ਭਲਿਓ, ਆ ਤੁਸੀਂ 4 ਫੁੱਲ ਕੁਦਰਤ ਦੇ ਤੋੜ ਕੇ ਲਿਆ ਕੇ ਇੱਕ ਮੂਰਤੀ ਤੇ ਫੁੱਲ ਪਾ ਕੇ ਕਹਿੰਦੇ ਹੋ ਸੀ ਫੁੱਲ ਜਗਤ ਦੇ ਨਾਥ ਤੇ ਪਾਏ। ਸਭ ਕਹਿੰਦੇ ਨੇ ਵੇਖੋ ਕੁਦਰਤ ਦੇ ਵਿੱਚ ਕਿੰਨੇ ਰੁੱਖ ਨੇ, ਇਹਨਾਂ ਰੁੱਖਾਂ ਦੇ ਉੱਤੇ ਜਿਹੜੇ ਫੁੱਲ ਪੱਤੀਆਂ ਰੋਜ਼ਾਨਾ ਹਵਾ ਨਾਲ ਟੁੱਟ ਕੇ ਤੇ ਥੱਲੇ ਡਿੱਗਦੀਆਂ ਨੇ। ਸਭ ਕਹਿੰਦੇ ਨੇ ਮਾਨੋ ਉਸ ਕਰਤੇ ਪਰਮਾਤਮਾ ਦੇ ਉੱਤੇ ਡਿੱਗਣ ਵਾਲੇ ਫੁੱਲ ਉਸ ਪਰਮਾਤਮਾ ਦੀ ਆਰਤੀ ਕਰ ਰਹੇ ਨੇ। ਵੇਖੋ ਇਹ ਸਾਡੀ ਸੰਸਾਰ ਦੀ ਸੋਚ ਬਣ ਗਈ। ਵੈਸੇ ਮੈਂ ਇੱਕ ਬੇਨਤੀ ਕਰਦਾ ਜਾਵਾਂ, ਅਸੀਂ ਕੁਦਰਤ ਦੇ ਅੰਦਰ ਇਹਨਾਂ ਚੀਜ਼ਾਂ ਦੀ ਸੰਭਾਲ ਕਰਨੀ ਸੀ, ਪਰ ਅਸੀਂ ਕੁਦਰਤ ਅੰਦਰ ਇਹਨਾਂ ਚੀਜ਼ਾਂ ਨੂੰ ਸੱਚ ਵਿੱਚ ਭਗਤੀ ਦੇ ਨਾਲ ਬੰਦਗੀ ਦੇ ਨਾਲ ਜੋੜ ਲਿਆ। ਵੇਖੋ ਇਹ ਚੀਜ਼ਾਂ ਬੰਦਾ ਫੁੱਲ ਤੋੜੇ, ਠੀਕ ਹੈ ਰੱਬ ਦੀ ਕੁਦਰਤ ਹੈ। ਕੁਦਰਤ ਦੇ ਅੰਦਰੋਂ ਕੋਈ ਘਰ ਦੀ ਸਜਾਵਟ ਲਈ ਕਿਸੇ ਚੀਜ਼ ਦੀ ਸਜਾਵਟ ਲਈ ਫੁੱਲ ਲਿਆਵੇ ਬਾਜ਼ਾਰੋਂ ਤੇ ਕੋਈ ਤੋੜੇ, ਇਹ ਕੁਦਰਤ ਦਾ ਨਿਯਮ ਹੈ। ਹਰ ਚੀਜ਼ ਦੀ ਸੰਸਾਰ ਦੇ ਅੰਦਰ ਕਿਰਤ ਦੇ ਵਜੋਂ ਇਹ ਕਰਮ ਚੱਲ ਰਹੇ ਨੇ। ਪਰ ਕੋਈ ਇਹ ਆਖੇ ਵੀ ਨਹੀਂ ਫੁੱਲ ਸੁੱਚੇ ਨੇ ਤੇ ਰੱਬ ਦੇ ਸ਼ਰਨਾਂ ਦੇ ਵਿੱਚ ਅਰਪਣ ਕਰਾਂਗਾ ਤੇ ਤਾਂ ਰੱਬ ਦੀ ਭਗਤੀ ਹੋਣੀ ਹੈ। ਬਾਬਾ ਰਵਿਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨੇ ਫੂਲ ਤਾਂ ਭਵਰੇ, ਜਿਹੜਾ ਫੁੱਲ ਹੈ ਉਸ ਭਵਰੇ ਨੇ ਇਸ ਫੁੱਲ ਨੂੰ ਡਾਲੀ ਤੇ ਲੱਗੇ ਹੋਏ ਨੂੰ ਝੂਠਾ ਕਰ ਦਿੱਤਾ। ਇਹ ਜਦੋਂ ਡਾਲੀ ਤੇ ਸੀ ਫੁੱਲ, ਭਗਤ ਜੀ ਕਹਿੰਦੇ ਨੇ ਦੇਖੋ ਭਵਰਾ ਆਇਆ, ਉਹ ਇਹਦੀ ਮਕਰੰਦ ਵਿੱਚੋਂ ਖੁਸ਼ਬੂ ਲੈਂਦਾ, ਰਸ ਲੈਂਦਾ। ਜਦੋਂ ਫੁੱਲ ਤੇ ਬੈਠਾ ਉਹਨੇ ਰਸ ਲਿਆ ਤੇ ਫੁੱਲ ਖਿੜਿਆ। ਸਤਿਗੁਰ ਕਹਿੰਦੇ ਨੇ ਫੁੱਲ ਤੇ ਖਿੜਿਆ ਹੀ ਤਾਂ ਜਦੋਂ ਭਵਰਾ ਇਹਦੇ ਤੇ ਆ ਕੇ ਬੈਠਾ ਉਹਨੇ ਝੂਠਾ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਨੇ ਬੜਾ ਇਹਨਾਂ ਚੀਜ਼ਾਂ ਨੂੰ ਇਹ ਖੰਡਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ। ਪਰ ਅਸੀਂ ਅੱਜ ਕਹਿੰਦੇ ਆ ਵੀ ਨਹੀਂ, ਜਿੰਨੀ ਦੇਰ ਤੱਕ ਫੁੱਲਾਂ ਦੀ ਮਾਲਾ ਨਾ ਹੋਵੇ ਸ਼ਾਇਦ ਸਾਡੀ ਭਗਤੀ ਅਧੂਰੀ ਹੈ। ਨਹੀਂ ਉਹ ਭਲਿਓ, ਰੱਬ ਦੀ ਬਣਾਈ ਕੁਦਰਤ ਮੈਂ ਬੇਨਤੀ ਕਰਦਿਆਂ ਤੁਸੀਂ ਫੁੱਲ ਨਾ ਤੋੜੋ। ਉਹ ਆਪਣੇ ਆਪ ਹੀ ਜਦੋਂ ਫੁੱਲ 2-3 ਦਿਨ ਹੋ ਜਾਣਗੇ ਉਹ ਇੱਕ ਇੱਕ ਪੰਖੜੀ ਕਰਕੇ ਟੁੱਟਣਾ ਸ਼ੁਰੂ ਹੋ ਜਾਏਗਾ। ਤੁਸੀਂ ਵੇਖੋ ਪਤਝੜ ਦੀ ਰੁੱਤ ਆਉਂਦੀ ਹੈ, ਆ ਪੱਤੇ ਬਸੰਤ ਦੀ ਰੁੱਤ ਵਿੱਚ ਨਿਕਲਦੇ ਕਿੰਨੇ ਸੋਹਣੇ ਲੱਗਦੇ ਨੇ। ਜਿੱਦਣ ਪਤਝੜ ਦੀ ਰੁੱਤ ਆਈ ਹੈ ਕਿ ਇੱਕ ਪੱਤਾ ਟੁੱਟ ਕੇ ਧਰਤੀ ਤੇ ਡਿੱਗਦਾ ਹੈ ਤੇ ਸਤਿਗੁਰ ਕਹਿੰਦੇ ਨੇ ਮਾਨੋ ਇਹ ਡਿੱਗਣ ਵਾਲੇ ਪੱਤੇ, ਇਹ ਪੱਤੀਆਂ ਜਿਹੜੀਆਂ ਫੁੱਲਾਂ ਦੀਆਂ ਥੱਲੇ ਡਿੱਗ ਰਹੀਆਂ ਨੇ ਮੇਰੇ ਮਾਲਕ ਜੀ, ਇਹ ਤੇਰੇ ਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ। ਇਹ ਜਿਹੜੀ ਹਵਾ ਪਰਬਤਾਂ ਦੇ ਵਿੱਚੋਂ ਨਿਕਲ ਕੇ ਆਉਂਦੀ ਏ, ਇਹ ਮਾਨੋ ਸੁਗੰਧੀ ਸਤਿਗੁਰ ਜੀ, ਇਹ ਤੇਰੀ ਬਣਾਈ ਇਸ ਕੁਦਰਤ ਗਗਨ ਰੂਪੀ ਥਾਲ ਦੇ ਅੰਦਰ ਇਹ ਉਹ ਧੂਪ ਹੈ ਜਿਹੜੀ ਨਿਰੰਤਰ ਚੱਲ ਰਹੀ ਏ। ਇਹ ਜਿੱਦਣ ਦੀ ਕੁਦਰਤ ਆਰੰਭ ਹੋਈ ਉਦੋਂ ਤੋਂ ਚੱਲ ਰਹੀ ਹੈ ਤੇ ਜਿੱਦਣ ਤੱਕ ਕੁਦਰਤ ਦਾ ਪਸਾਰਾ ਹੈ ਉਦੋਂ ਤੱਕ ਚੱਲੇਗੀ, ਇਹ ਕਦੀ ਬੰਦ ਨਹੀਂ ਹੁੰਦੀ। ਬਾਬਾ ਨਾਨਕ ਜੀ ਕਹਿੰਦੇ ਨੇ ਕਿਸੇ ਭੁਲੇਖੇ ਵਿੱਚ ਨਾ ਰਵੋ, ਉਸ ਕਰਤੇ ਦੀ ਆਰਤੀ ਹਰ ਵਕਤ ਹੋ ਰਹੀ। ਮੇਰੇ ਸਾਹਿਬਾਂ ਦੀ ਪਾਵਨ ਬਾਣੀ ਵਿੱਚੋਂ ਇਹ ਸ਼ਬਦ ਆਪਾਂ ਪੜ੍ਹ, ਕਿਉਂਕਿ ਇਹ ਵੇਖੋ ਨਿਰੰਤਰ, ਇਹ ਸਿਰਫ ਗੱਲ ਜਦੋਂ ਅਸੀਂ ਇਹਨੂੰ ਥੋੜਾ ਗਹਿਰਾਈ ਨਾਲ ਵੇਖਾਂਗੇ, ਗੁਰੂ ਨਾਨਕ ਸਾਹਿਬ ਜੀ ਖੰਡਨ ਕਰ ਰਹੇ ਨੇ ਉਹਨਾਂ ਦੀ ਬਾਹਰਮੁਖੀ ਆਰਤੀ ਦਾ, ਜਿਹੜੀ ਉਹ ਦੀਵੇ ਜਗਾ ਕੇ ਕਰ ਰਹੇ ਨੇ। ਪਰ ਸੱਚ ਵਿੱਚ ਅੱਜ ਉਦੋਂ ਬੜਾ ਦੁੱਖ ਹੁੰਦਾ ਹੈ ਜਦੋਂ ਗੁਰੂ ਘਰਾਂ ਦੇ ਅੰਦਰ ਵੀ ਇਸੇ ਢੰਗ ਦੇ ਨਾਲ ਅਸੀਂ ਆਰਤੀ ਉਸ ਪਰਮਾਤਮਾ ਦੀ ਕਰਨੇ ਆ। ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਨਮੁਖ ਦੀਵੇ ਬਾਲ ਕੇ, ਥਾਲ ਵਿੱਚ ਅਨੇਕਾਂ ਮੋਤੀ ਤੇ ਦੀਵੇ ਜਗਾ ਕੇ ਤੇ ਧੂਪ ਬੱਤੀਆਂ ਬਾਲ ਕੇ ਅੱਜ ਕੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਆਰਤੀ ਨਹੀਂ ਕੀਤੀ ਜਾ ਰਹੀ। ਸਾਧ ਸੰਗਤ ਕੀ ਇਹ ਸੋਚਣ ਦਾ ਵਿਸ਼ਾ ਨਹੀਂ ਕਿ ਇਹ ਸਾਡੇ ਤਖਤਾਂ ਤੇ ਬੈਠੇ ਜਥੇਦਾਰ ਸੱਚ ਵਿੱਚ ਕੀ ਉਹਨਾਂ ਦੇ ਧਿਆਨ ਗੋਚਰੇ ਗੱਲਾਂ ਨਹੀਂ। ਅਸੀਂ ਕਹਿੰਦੇ ਆ ਵੀ ਨਹੀਂ ਇਹ ਇੱਕ ਥਾਂ ਤੇ ਹੋ ਰਿਹਾ ਹੈ, ਪਰ ਸੱਚ ਉੱਥੋਂ ਦੀ ਪਰੰਪਰਾ ਹੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਪਰੰਪਰਾਵਾਂ ਦਾ ਤੇ ਖੰਡਨ ਕੀਤਾ ਹੈ। ਜੇ ਪਰੰਪਰਾ ਨੂੰ ਅਸੀਂ ਜੱਫੀ ਮਾਰ ਕੇ ਬੈਠਣਾ ਹੈ ਤੇ ਫਿਰ ਇਹਨਾਂ ਪਰੰਪਰਾਵਾਂ ਨੂੰ ਜਿਨ੍ਹਾਂ ਨੂੰ ਸਤਿਗੁਰ ਨੇ ਖੰਡਨ ਕੀਤਾ ਹੈ, ਫਿਰ ਕਿਉਂ ਕਹਿੰਦੇ ਆ ਬਾਬਾ ਨਾਨਕ ਜੀ ਨੇ ਇਹਨਾਂ ਦਾ ਖੰਡਨ ਕੀਤਾ ਹੈ? ਫਿਰ ਜਿਹੜੇ ਮੰਦਰਾਂ ਵਿੱਚ ਜਗਾਉਂਦੇ ਨੇ ਉਹਨਾਂ ਨੂੰ ਬੁਰਾ ਕਿਉਂ ਕਹਿੰਦੇ ਹੋ? ਉਹਨਾਂ ਦਾ ਤੇ ਧਰਮ ਹੈ। ਅਸੀਂ ਤੇ ਮੰਦਰਾਂ ਤੋਂ ਕੱਢ ਕੇ ਆਰਤੀ ਨੂੰ ਗੁਰਦੁਆਰਿਆਂ ਵਿੱਚ ਲੈ ਕੇ ਆ ਗਏ
ਧੰਨ ਗੁਰੂ ਨਾਨਕ ਸਾਹਿਬ ਜੀ ਕਿਤੇ ਕਿਰਪਾ ਕਰਨ, ਸਾਨੂੰ ਇਹਨਾਂ ਗੱਲਾਂ ਦੀ ਸੋਝੀ ਆ ਜਾਏ। ਮਾਫ ਕਰਨਾ ਮੈਨੂੰ, ਇਹ ਬਚਨ ਬੜੇ ਕੌੜੇ ਨੇ, ਪਰ ਹਕੀਕਤ ਇਹ ਸਾਧ ਸੰਗਤ ਜੀ, ਅਸੀਂ ਇਸ ਚੀਜ਼ਾਂ ਨੂੰ ਕਿਤੋਂ ਜੇ ਅੱਜ ਨਹੀਂ ਸਮਝੇ, ਧਿਆਨ ਦੇਣਾ ਆਉਣ ਵਾਲਾ ਸਮਾਂ ਜਦੋਂ, ਕਿਉਂਕਿ ਅੱਜ ਥੋੜੀ ਬਹੁਤੀ ਐਜੂਕੇਸ਼ਨ ਧਰਮ ਦੀ ਇਨਸਾਨ ਸਾਡੇ ਵੱਡੇ ਬਜ਼ੁਰਗ ਉਹਨਾਂ ਕੋਲੋਂ ਹੈ। ਆਉਣ ਵਾਲੀ ਜਨਰੇਸ਼ਨ ਜਿਹੜੀ ਇਸ ਚੀਜ਼ ਤੋਂ ਬਿਲਕੁਲ ਬਾਹਰ ਨਿਕਲ ਗਈ ਏ, ਉਹਨਾਂ ਦੇ ਸਾਹਮਣੇ ਧਰਮ ਨੂੰ ਜਿਵੇਂ ਪਰੋਸ ਕੇ ਰੱਖਿਆ ਜਾ ਰਿਹਾ, ਉਹਨਾਂ ਨੇ ਉਵੇਂ ਸਵੀਕਾਰ ਕਰ ਲੈਣਾ ਹੈ। ਜੇ ਅੱਜ ਇਹ ਥਾਲੀਆਂ, ਦੀਵੇ, ਮੰਦਰ, ਗੁਰੂ ਘਰਾਂ ਵਿੱਚੋਂ ਬਾਹਰ ਨਾ ਨਿਕਲੇ ਤੇ ਉਹ ਦਿਨ ਦੂਰ ਨਹੀਂ ਜਿੱਦਣ ਇੱਕ ਪਾਸੇ ਬਾਬੇ ਨਾਨਕ ਦੀ ਆਰਤੀ ਗਾਈ ਜਾਏਗੀ ਕੀਰਤਨ ਦੇ ਰੂਪ ਵਿੱਚ, ਤੇ ਦੂਜੇ ਪਾਸੇ ਮੰਦਰ ਦੀ ਤਰ੍ਹਾਂ ਦੀਵੇ ਬਾਲ ਕੇ ਤੇ ਜੋਤਾਂ ਜਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਸਮੁੱਚੇ ਜਗਤ ਵਿੱਚ ਹੋਏਗੀ। ਅਜੇ ਤੇ ਕੁਝ ਥਾਵਾਂ ਤੇ ਹੋ ਰਹੀ ਏ, ਅਸੀਂ ਉਹਨਾਂ ਨੂੰ ਨਹੀਂ ਰੋਕ ਪਾ ਰਹੇ। ਜਿੱਦਣ ਹਰ ਗੁਰੂ ਘਰ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਸਾਧ ਸੰਗਤ, ਫਿਰ ਕੀ ਕਰੋਗੇ? ਅਗਲੇ ਸਵਾਲ ਕਰਦੇ ਨੇ, ਜੀ ਲਓ ਜੀ, ਤੁਸੀਂ ਸਾਨੂੰ ਕਹਿੰਦੇ ਹੋ ਵੀ ਨਹੀਂ ਅਸੀਂ ਸਿੱਖ ਕੌਮ ਵੱਖਰੀ ਏ। ਕਿੱਥੋਂ ਵੱਖਰੇ ਹੋ ਜੀ? ਅਸੀਂ ਮੰਦਰ ਵਿੱਚ ਮੂਰਤੀ ਦੇ ਸਾਹਮਣੇ ਥਾਲ ਵਿੱਚ ਦੀਵੇ ਬਾਲ ਕੇ ਤੇ ਆਰਤੀ ਕਰਨੇ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੀ ਜਾਂਦੇ ਹੋ। ਤੁਹਾਡੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਇਸ ਢੰਗ ਨਾਲ ਉਸ ਕਰਤੇ ਦੀ ਆਰਤੀ ਹੋ ਰਹੀ ਹੈ। ਫਿਰ ਪਾਤਸ਼ਾਹ ਜੀ ਦਾ ਅਗਲਾ ਦੂਜਾ ਬੰਦ ਸਾਹਿਬ ਕਹਿੰਦੇ ਨੇ, ਸਹਿਸ ਤਵ ਨੈਣ। ਨੈਣ ਦਾ ਭਾਵ ਹੈ ਅੱਖਾਂ, ਸਹਿਸ ਦਾ ਭਾਵ ਹੈ ਹਜ਼ਾਰਾਂ। ਇਹ ਮੇਰੇ ਸਤਿਗੁਰ ਜੀ, ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ। ਭਾਵ ਆ ਸਾਰੇ ਜੀਵ ਜਿਹੜੇ ਸੰਸਾਰ ਵਿੱਚ ਇਹਨਾਂ ਨੇਤਰਾਂ ਨਾਲ ਵੇਖ ਰਹੇ ਨੇ, हे ਮੇਰੇ ਮਾਲਕ ਜੀ, ਇਹ ਮਾਨੋ ਤੇਰੀ ਜੋਤ ਹੈ ਜੋ ਸਾਰਿਆਂ ਦੇ ਅੰਦਰ ਪ੍ਰਕਾਸ਼ਮਾਨ ਹੈ। ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ। ਪਾਤਸ਼ਾਹ ਜੀ ਕਹਿੰਦੇ ਨੇ, हे ਮੇਰੇ ਮਾਲਕ, ਨਨ ਦੇ ਆਖਰੀ ਅਰਥ ਨੇ ਕੋਈ ਨਹੀਂ। ਨਨ ਨੈਣ ਹੈ ਤੋਹੇ ਕੋ, ਤੇਰੇ ਬਾਅਦ ਤੇਰਾ ਇਸ ਸੰਸਾਰ ਦੇ ਅੰਦਰ ਕੋਈ ਨੇਤਰ ਨਹੀਂ। ਵੇਖੋ, ਦੋ ਸਰੂਪ ਨੇ ਗੁਰਬਾਣੀ ਵਿੱਚ, ਇੱਕ ਸਰਗੁਣ ਸਰੂਪ ਪ੍ਰਮਾਤਮਾ ਦਾ, ਇੱਕ ਨਿਰਗੁਣ ਸਰੂਪ। ਆਪ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ, ਸਾਹਿਬ ਕਹਿੰਦੇ ਨੇ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹ ਦੋ ਸਰੂਪ ਨੇ। ਸਰਗੁਣ ਦਾ ਮਤਲਬ ਹੈ ਸਾਰੇ ਪਸਾਰੇ ਵਿੱਚ, ਜਿੱਥੇ ਪਾਤਸ਼ਾਹ ਕਹਿੰਦੇ ਨੇ ਸਹਿਸ ਤਵ ਨੈਣ, ਤੇਰੀਆਂ ਹਜ਼ਾਰਾਂ ਅੱਖਾਂ ਨੇ। ਫਿਰ ਪਾਤਸ਼ਾਹ ਕਹਿੰਦੇ ਨੇ, ਨਨ ਨੈਣ ਹੈ ਤੋਹੇ ਕੋ। हे ਜਗਤ ਦੇ ਨਾਥ ਦੀ ਮੂਰਤੀ ਦੇ ਸਾਹਮਣੇ ਦੀਵੇ ਜਗਾਉਣ ਵਾਲਿਓ, ਚੇਤੇ ਰੱਖਿਓ, ਪਰਮਾਤਮਾ ਨੂੰ ਨਿਰਗੁਣ ਸਰੂਪ ਵਿੱਚ ਵੇਖੋਗੇ, ਉਹਦੀ ਇੱਕ ਵੀ ਅੱਖ ਨਹੀਂ, ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੋਈ ਚਿੰਨ੍ਹ ਨਹੀਂ। ਉਹਨੂੰ ਸਰਗੁਣ ਸਰੂਪ ਵਿੱਚ ਵੇਖੋਗੇ, ਸਾਰਿਆਂ ਦੇ ਅੰਦਰ ਜਗ ਰਹੀ ਜੋਤ ਉਹਦੀ ਹੀ ਜੋਤ ਹੈ। ਇਹ ਜੋ ਪਸਾਰਾ ਵੇਖਿਆ ਜਾ ਰਿਹਾ, ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹੋ, ਮੈਂ ਆਪਣੀਆਂ ਅੱਖਾਂ ਨਾਲ ਵੇਖ ਰਿਹਾ। ਸਤਿਗੁਰ ਕਹਿੰਦੇ ਨੇ, ਅੱਖਾਂ ਮੇਰੀਆਂ ਤੁਹਾਡੀਆਂ ਨਹੀਂ, ਇਹ ਕਰਤੇ ਦੀਆਂ ਨੇ। ਇਹ ਸਰੀਰ ਕਰਤੇ ਦੇ ਦਿੱਤੀ ਦਾਤ ਹੈ। ਇਸ ਕਰਕੇ ਸਤਿਗੁਰ ਕਹਿੰਦੇ ਨੇ, ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੀ। ਇਹ ਮੇਰੇ ਸਤਿਗੁਰ, ਤੇਰੀਆਂ ਹਜ਼ਾਰਾਂ ਮੂਰਤਾਂ ਨੇ, ਪਰ ਤੇਰੀ ਇੱਕ ਵੀ ਮੂਰਤ ਨਹੀਂ। ਆ ਸਾਰਾ ਬ੍ਰਹਮੰਡ ਤੇਰੀ ਤੇ ਮੂਰਤ ਹੈ। ਇਥੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ, ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਪਰ ਸਤਿਗੁਰ ਕਹਿੰਦੇ ਨੇ, ਇਹ ਜਿਸ ਨਿਰਗੁਣ ਸਰੂਪ ਵਿੱਚ ਵੇਖੀਏ ਤੇ ਸਤਿਗੁਰ ਤੇਰੀ ਕੋਈ ਮੂਰਤ ਹੈ ਹੀ ਨਹੀਂ, ਤੂੰ ਤੇ ਅਜੂਨੀ ਹੈ। ਫਿਰ ਸਾਹਿਬ ਕਹਿੰਦੇ ਨੇ, ਸਹਿਸ ਪਦ ਵਿਮਲ। ਆ ਜਿੰਨੇ ਵੀ ਹੈ ਮੇਰੇ ਮਾਲਕ ਜੀ ਸੰਸਾਰ ਦੇ ਅੰਦਰ, ਵਿਮਲ ਕਹਿੰਦੇ ਨੇ ਉਸ ਕੱਪੜੇ ਨੂੰ ਜਿਹੜਾ ਥੱਲੇ ਵਿਛਾ ਕੇ ਤੇ ਪੂਜਾ ਕੀਤੀ ਜਾਂਦੀ ਹੈ ਮੂਰਤੀ ਦੇ ਸਾਹਮਣੇ। ਪਾਤਸ਼ਾਹ ਕਹਿੰਦੇ ਨੇ, ਸਹਿਸ ਤਵ ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਵਿਮਲ। ਇਹ ਸਤਿਗੁਰ ਜੀ, ਹਜ਼ਾਰਾਂ ਪੈਰ ਤੇਰੇ ਨੇ ਜਿਹੜੇ ਉਸ ਕੱਪੜੇ ਦੇ ਉੱਪਰ ਟਿਕੇ ਹੋਏ ਨੇ। ਪਰ ਨਾਲ ਕਹਿੰਦੇ ਨੇ ਸਤਿਗੁਰ, ਗੰਧ ਬਿਨ ਗੰਧ ਸੁਗੰਧੀ ਜਿੰਦੇ ਤੋਂ ਨਾਸਕਾ ਨੱਕ। ਸਤਿਗੁਰ ਅਸਲ ਵਿੱਚ ਸੁਗੰਧੀ ਲੈਣ ਲਈ ਇੱਕ ਵੀ ਨੱਕ ਨਹੀਂ, ਪਰ ਸਹਿਸ ਤਵ ਗੰਧ, ਆ ਹਜ਼ਾਰਾਂ ਨਾਸਕਾਂ ਤੇਰੀਆਂ ਹੀ ਨੇ। ਇਵੇਂ ਚਲਤ ਮੋਹੀ, ਇਸ ਢੰਗ ਨਾਲ ਮੇਰੇ ਸਤਿਗੁਰ ਜੀ ਤੇਰੀ ਇਸ ਸੰਸਾਰ ਦੀ ਅਚਰਜ ਖੇਡ ਜਿਹੜੀ ਹੈ, ਕੌਤਕ ਜਿਹੜਾ ਚੱਲ ਰਿਹਾ, ਇਹ ਤੇਰੀ ਬੇਅੰਤਤਾ ਹੀ। ਸਤਿਗੁਰ ਨੇ ਜਿੱਥੇ ਉਹਨਾਂ ਦਾ ਭਰਮ ਤੋੜਿਆ, ਉੱਥੇ ਪਰਮਾਤਮਾ ਦੀ ਹੋਂਦ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ ਵੀ ਕਿਵੇਂ ਵਰਤਦਾ ਹੈ, ਉਹ ਕਿਵੇਂ ਸੰਸਾਰ ਵਿੱਚ ਪ੍ਰਗਟ ਹੈ। ਤਾਂ ਹੀ ਬਾਬਾ ਰਵਿਦਾਸ ਜੀ ਨੇ ਆਖਿਆ, ਨਾਮ ਤੇਰੋ ਆਰਤੀ
मजन मुरारे, हर के नाम बिन झूठे सगल पसारे। नाम तेरो अम्बला, नाम तेरो ऊरसा, नाम तेरा केसरो ले छिटकारे। नाम तेरा अम्बुला, नाम तेरो चंदनो घस जपे। नाम ले तुझे को चारे। सतगुरु जी सारा कुछ मेरे लिए तेरा नाम ही है। लोग बाहर मुखी भटकते ने, पर सतगुरु मैं तेरे नाम नू दीवा बना लिया, नाम नू तीरथ बना लिया, तेरे नाम नू चंदन बना लिया, तेरे नाम नू ओ चंदन दे ओ वट्टी बना लिया जिंदे ते चंदन नू कसाया जाता है। मेरे लिए सब कुछ तेरा नाम है। पातशाह जी फिर दूजे बंद विच कहंदे ने, सब मैं जोत, सारे ब्रह्मंड दे अंदर जिहड़ी जोत है वो करते दी जोत है। सब मैं जोत, जोत है सोए सारे जगत अंदर, जिन्हों पातशाह भगत नामदेव जी पावन बाणी विच कहंदे ने, सबै कट राम बोलै, रामा बोलै, राम बिना को बोलै रे। उहदे तो बिना कोई नहीं बोलदा पिया, सब अंदरों बोलदा है। सब कहंदे ने, सब मैं जोत, जोत है सोए, तिस दै चानन सब मैं चानन होए। उहदे चानन करके, उहदी होंद करके जगत दे होंद। जिदन ओ होंद विच नहीं समझ लैना, जगत दी होंद खत्म। ये सब कुछ पातशाह जी का एक बचन तुसी बाणी विच पढ़दे हो। सब कहंदे ने, अरबद नरबद धुंधू कारा, धरना गगना हुक्म अपारा। सतगुरु जी जदों कुछ नहीं सी, चारे पासे कुप हनेरा, ना दिन ना रात, ना चंद्रमा ना सूरज, सुन समाद समायद उदन तू अफुर अवस्था दे विच सैं। ते जिदन फिर अफुर विच चला गया ते फिर सब कुछ हनेरा। इनू सतगुरु कह रहे ने, सब मैं जोत, जोत है सोए, तिस दै चानन सब मैं चानन होए। उनकी जोत करके सबना दे अंदर चानन है। साध संगत, इंसान उही हुंदा है, शरीर उस तरह हुंदा है, पर अंदरों जोत निकलती है तो शरीर खत्म हो जाता है। बंदा कहना लै चलो गुजर गया, ये लंघ गया, ये खत्म हो गया। सब जी कहते ने, सब मैं जोत, जोत है सोए, तिस दै चानन सब मैं चानन होए। गुर साखी, गुरु दी सिक्ख्या दे नाल जोत प्रगट होए। बस आ गल समझ लीए। साहब कहते हैं, गुरु दी सिक्ख्या नाल ये जोत अंदरों प्रगट होनी है। इस जोत दी समझ गुरु दी सिक्ख्या नाल आनी है। पंडित जी गुरु नानक साहब उन्हां पंडितां नूं कह रहे ने कि देखो, बंदे दी नखेती करके टुर जांदे हो, मूर्तियां ते क्वांटलां मई दुੱਧ चढ़ाते हो, तुसी कित्थे परमात्मा दी आरती कर लोगे? तुहानूं जोत बंदे दे अंदरों नहीं नजर आई। इंसान नूं तुसी जातां वरना विच वंड दिता है। इंसान इंसान दे नाल खार खांदा पे जात धर्म करके, ते तुसी परमात्मा दी आरती करन निकले हो। सब कहंदे ने नहीं, गुर साखी जोत प्रगट होए, जो तिस भावै सो आरती होए। असल विच आरती होए जिहड़ी उहनूं पा जाए, उहदी बंदगी ਉਹ है, उहदी आरती ਉਹ है जिहड़ी उहनूं चंगी लग जाए। हर चरण कमल मकरंद लोभित मनो। पातशाह कहते ने, गुरु दे जेड़े चरण कमल ने उपदेश है, हे मेरे मन मकरंद लोभित मनो, लोभित दा भावे तू उन्हां चरना कमलों दे नाल लोभित बन के, भाव पबीहा बन के, सतगुरु कहते ने उस अमृत नाम दे नाल, सतगुरु दे चरना दे नाल जुड़ जा। हर चरण कमल, गुरु दे चरण कमल मकरंद, मकरंद शब्द का आखिरी अर्थ साध संगत दे फुल्लां दी विचली जिहड़ी धूड़ होंदी, जिन्हों रस हुंदा है, जिन्हों जीव छोटे छोटे जीव उड्डण वाले पींदे ने, उन्हां मकरंद तो शहद दी मक्खी उस मकरंद तो शहद बनाती है। उस फुल दे भवरा आके बैठदा है ते फुल मकरंद नूं जदों अपना आहार बनांदा है ते फुल दा खिड़ाऊ पैदा हुंदा है। सतगुरु कहंदे ने, हर चरण कमल मकरंद लोभित मनो, अन दिनों मोहे आई प्यासा। सतगुर मेरे अंदर भी नितां प्रति ये प्यास है कि मैं तेरे इन्हां अमृत बचनां नूं कोल फुल्लां दे रस लई मेरा मन ललचांदा है, तेरे चरण कमलां लई, तेरे उपदेश लई। जिवें भवरा मकरंद नूं चूसदा है ते रस बनदा है, सतगुर मैं तेरे चरना कमलों का ओट आसरा लवां। हर चरण कमल मकरंद लोभित मनो, अन दिनों मुहे आई प्यासा। ये अन दिन मेरे अंदर प्यास है, मेरे अंदर तांग है। पातशाह कहते हैं, हे मेरे मालक जी, मैनू बबीहे नू किरपा जल दे। नानक सारिंग को, सारंग का मतलब हुंदा बबीहा। मैनू बबीहे नू अपने चरना कमलों का, अपनी किरपा का जल दे
ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂਦੇ ਤੇਰੇ ਨਾਏ ਵਾਸਾ, ਜਿੰਦੇ ਨਾਮ ਜਿਸ ਦੀ ਕਿਰਪਾ ਦੇ ਨਾਲ ਮੈਂ ਤੇਰੇ ਨਾਮ ਦੇ ਵਿੱਚ ਸਦਾ ਲਈ ਜੁੜ ਜਾਵਾਂ। ਮੇਰੇ ਮਨ ਦੇ ਬਾਹਰ ਮੁਖੀ ਭਰਮ ਖਤਮ ਹੋ ਜਾਣ, ਮੈਨੂੰ ਤੇਰੇ ਅੰਮ੍ਰਿਤ ਨਾਮ ਦੀ ਸੋਝੀ ਆ ਜਾਏ। ਸਤਿਗੁਰੂ, ਮੈਂ ਪਪੀਹਾ ਬਣ ਕੇ ਤੇਰੇ ਨਾਮ ਰੂਪੀ ਅੰਮ੍ਰਿਤ ਜਲ ਨੂੰ ਆਪਣਾ ਆਹਾਰ ਬਣਾਵਾਂ। ਤੇਰਾ ਇਹ ਨਾਮ ਰੂਪੀ ਜਲ ਮੇਰਾ ਆਹਾਰ ਬਣ ਜਾਏ, ਮੇਰੇ ਜੀਵਨ ਦੀ ਜੁਗਤ ਬਣ ਜਾਏ। ਜਦੋਂ ਇਹ ਜੀਵਨ ਦੀ ਜੁਗਤ ਬਣ ਗਿਆ, ਨਾਮ ਦੀ ਪਿਆਸ ਅੰਦਰ ਪੈਦਾ ਹੋ ਗਈ, ਸਤਿਗੁਰ ਕਹਿੰਦੇ ਨੇ ਫਿਰ ਸਾਰੇ ਭਰਮ ਭੁਲੇਖੇ ਬੰਦਿਆ ਤੇਰੇ ਅੰਦਰੋਂ ਨਿਕਲ ਜਾਣਗੇ। ਇਹ ਉਪਦੇਸ਼ ਸਤਿਗੁਰ ਜੀ ਉੜੀਸਾ ਦੀ ਧਰਤੀ ਤੇ ਜਗਨਨਾਥ ਦੇ ਮੰਦਿਰ ਦੇ ਅੰਦਰ ਜਗਨਨਾਥ ਦੀ ਮੂਰਤੀ ਦੇ ਅੱਗੇ ਆਰਤੀ ਕਰਨ ਵਾਲੇ ਉਹਨਾਂ ਪੰਡਤਾਂ ਨੂੰ ਕਹਿ ਰਹੇ ਨੇ, ਤੇ ਸੱਚ ਵਿੱਚ ਸਤਿਗੁਰ ਸਾਨੂੰ ਵੀ ਸਮਝਾ ਰਹੇ ਨੇ, ਮਨਾ ਪਰਮਾਤਮਾ ਦੀਆਂ ਬਾਹਰ ਮੁਖੀ ਆਰਤੀਆਂ ਨੂੰ ਨਾ ਵੇਖੀ ਜਾ, ਰੱਬ ਦੀ ਸੱਚੀ ਆਰਤੀ ਕਰਨੀ ਹੈ ਨਾ, ਤੇ ਪਰਮਾਤਮਾ ਦੀ ਬਣਾਈ ਖਲਕਤ ਨਾਲ ਪਿਆਰ ਕਰ, ਕੁਦਰਤ ਨਾਲ ਪਿਆਰ ਕਰ, ਹਰ ਜੀਵ ਨੂੰ ਉਹਦੇ ਅੰਦਰ ਉਸ ਕਰਤੇ ਦੀ ਜੋਤ ਦੇ ਦਰਸ਼ਨ ਕਰ। ਜਦੋਂ ਸਾਰਾ ਪਸਾਰਾ ਤੈਨੂੰ ਪਰਮਾਤਮਾ ਦਾ ਨਜ਼ਰ ਆ ਗਿਆ, ਫਿਰ ਤੈਨੂੰ ਸਮਝ ਆਏਗੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਤਿਗੁਰ ਕਿਰਪਾ ਕਰਨ, ਗੁਰੂ ਨਾਨਕ ਸਾਹਿਬ ਜੀ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ, ਤਾਂ ਕਿ ਸਾਧ ਸੰਗਤ ਬਾਹਰ ਮੁਖੀ ਆਰਤੀ ਤੋਂ ਬਾਹਰ ਨਿਕਲ ਕੇ ਉਸ ਕਰਤੇ ਦੀ ਸੱਚੀ ਆਰਤੀ ਦੇ ਨਾਲ ਅਸੀਂ ਆਪਣਾ ਮਨ ਜੋੜ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।